ਹੰਡਾਲਕ ਯੂਨਿਟ ਦੇ ਜਿਹੜੇ ਵਾਲ ਨੇ ਨਾ ਉਹ ਨਹੀਂ ਖਰਾਬ ਹੋਣਗੇ। ਤੁਹਾਡੇ 15-20 ਸਾਲ ਵੀ ਕੱਲ ਜਿਹੜੇ ਆ ਨਾ ਉਹ ਲਾਈਫ ਉਹਨਾਂ ਦੀ ਜਿਹੜੀ ਦੁਗਣੀ ਤਿਗਣੀ ਹੋ ਜਾਂਦੀ। ਇਹਦੀ ਕਿੱਲੀ ਨਹੀਂ ਟੁੱਟਦੀ ਉਸ ਤੋਂ ਬਾਅਦ ਜਿਹੜੀ ਸਪਿੰਡਲ ਵਾਲਾ ਰੋਗ ਮੁੱਕ ਗਿਆ। ਹਾਂਜੀ ਸਪਿੰਡਲ ਵਾਲਾ ਰੋਗ ਇਹਦਾ ਮੁੱਕ ਜਾਂਦਾ। ਤੇ ਖਰਚਾ ਹੈ ਨਾ ਉਹਨੂੰ ਹੀ ਕਹਿੰਦਾ ਵੀ 2 ਸਾਲ ਹੋ ਗਏ ਨੇ ਚੇਂਜ ਕੀਤੇ ਇਹਨੂੰ ਹੀ। ਤੋਬਾ। ਹਾਂਜੀ ਤੇ ਪਿਓਰ ਵਲੈਤੀ ਸਮਾਨ ਤੁਸੀਂ ਪਾਓ ਤੇ ਉਹਦਾ ਤਕਰੀਬਨ ਜਿਹੜਾ 1.25 ਲੱਖ ਤੋਂ ਵੀ ਖਰਚਾ ਜ਼ਿਆਦਾ ਹੋ ਜਾਂਦਾ। अस्सलाम वालेकुम दोस्तों, लो जी दोस्तों रंधावा व्लॉग यूट्यूब चैनल ते खुश आमदीद। हाँ जी उम्मीद करते तमाम दो ठीक ठाक होणगे। लो जी दोस्तों असीं मौजूद है एम मकरम ट्रैक्टर वर्कशाप शाहकोट ते ये फीएट ट्रैक्टर की जिहड़ी बड़ी पुरानी वर्कशाप आ और इत्थे 3-4 ट्रैक्टर जिहड़े फीएट दे खुले ने ते वर्कशाप के ओनर भाई वसीम साडे नाल मौजूद आ। इन्हां नाल असीं गलबात करते हैं और फीएट ट्रैक्टरां के बारे जिहड़ी मालूमात इन्हां कोल लैंदे आ और दोस्तां नाल शेयर करते हैं। अस्सलाम वालेकुम वसीम भाई। वालेकुम सलाम जी वसीम भाई की हाल जी? ठीक ठाक शुक्र अल्लाह दा जी। वसीम भाई अज फिर लाइनां लातियां जे फीएट ट्रैक्टरां दियां खोल के ये साडे दोस्तां नूं दसो सब तो पहले आह ट्रैक्टर किहड़ा मॉडल है और की काम इहदा होण वास्ते आया वा? ये ट्रैक्टर 18 मॉडल आ ते 75 HP दा ट्रैक्टर है 640 असल फीएट जिन्हों कह लो। एक 85 हार्स पावर हुंदा वा वड्डा गाजी जिहड़ा ये 75 हार्स पावर दा ट्रैक्टर आ ਤੇ ਇਹਦਾ ਨਾ ਤੇਲ ਸ਼ੇਲ ਚੇਂਜ ਕਰਨੇ ਸੀਗੇ। ਇੰਜਨ ਦਾ ਤੇਲ ਆ ਪਿਛਲੇ ਹਿੱਸੇ ਦਾ ਤੇਲ ਚੇਂਜ ਕਰਨਾ ਹੈਗਾ। ਬਾਕੀ ਜਿਹੜਾ ਵਾ ਅਡੇ ਵੀਲ ਚੈੱਕ ਕੀਤੇ ਨੇ ਦੋਵੇਂ, ਬੈਰਿੰਗ ਸ਼ੈਰਿੰਗ ਚੈੱਕ ਕੀਤੇ ਨੇ ਤੇ ਇਹਦਾ ਜਿਹੜਾ ਸੀਐਲ ਵਗੈਰਾ ਵਾ ਉਹ ਚੇਂਜ ਕੀਤਾ ਵਾ। ਤੇ ਆ ਢੋਲਕੀ ਕਿਹੜੀ ਕਾਦੇ ਲਈ ਲਾਈ ਆ? ਇਹ ਢੋਲਕੀ ਜਿਨ੍ਹਾਂ ਬੰਦਿਆਂ ਦਾ ਜ਼ਿਆਦਾ ਜਿਹੜਾ ਨਾ ਮਸਲਾ ਮਸਾਲਾ ਹੰਡਾਲਕ ਦਾ ਜਿਨ੍ਹਾਂ ਦਾ ਇਸ਼ੂ ਜ਼ਿਆਦਾ ਹੁੰਦਾ ਨਾ ਕਚਰਾ ਵਗੈਰਾ ਬਣਦਾ ਜਾਂ ਕਹਿ ਲਓ ਕਿ ਬਲੇਡ ਤੇ ਜਿਹੜੇ ਬੰਦੇ ਟਰੈਕਟਰ ਜ਼ਿਆਦਾ ਚਲਾਉਂਦੇ ਨੇ ਉਹਦੇ ਵਿੱਚ ਕਚਰਾ ਜ਼ਿਆਦਾ ਬਣਦਾ ਵਾ। ਤੇ ਇਹ ਢੋਲਕੀ ਜਿਹੜੀ ਹੈ ਨਾ ਇਹ ਕਾਮਯਾਬ ਆ। ਤੇ ਬਾਕੀ ਇਹ ਕਿ ਇਹਦਾ ਪੰਪ ਦੀ ਲਾਈਫ ਬਹੁਤ ਜ਼ਿਆਦਾ ਹੋ ਜਾਂਦੀ ਆ। ਪੰਪ ਨਹੀਂ ਇਹਦਾ ਛੇਤੀ ਖਰਾਬ ਹੁੰਦਾ। ਹੰਡਾਲਕ ਪੰਪ ਇਹ ਅਲੱਗਾ ਹੀ ਤੇਲ ਆ। ਇਹਦੇ ਵਿੱਚ ਕੋਈ ਕਚਰਾ ਨਹੀਂ ਹੋਣਾ ਕਿਸੇ ਕਿਸਮ ਦਾ ਵੀ, ਨਾ ਕੋਈ ਗੇਅਰ ਦਾ ਨਾ ਕੋਈ ਕਿਸੇ ਕਿਸਮ ਦਾ। ਖਾਲੀ ਤੇਲ ਪੰਪ ਨੇ ਸਾਫ਼ ਲੈਣਾ ਤੇ ਸਾਫ਼ ਹੀ ਉਹਦਾ ਨਾ ਸਰਕੂਲੇਸ਼ਨ ਇਹਦੀ ਕਰੀ ਜਾਣੀ ਆ ਬਸ। ਇਹਦੇ ਵਿੱਚ ਕਿੰਨਾ ਪੈਂਦਾ? ਇਹਦੇ ਵਿੱਚ 10 ਲੀਟਰ ਪੈਂਦਾ ਤੇਲ ਇਹਦੇ ਵਿੱਚ। ਤੇ ਘੱਟ ਪਾਇਆ ਵੀ ਚੱਲ ਸਕਦਾ? ਘੱਟ ਪਾਇਆ ਵੀ ਚੱਲ ਜਾਂਦਾ ਵਾ, ਲੇਕਿਨ ਇਹ ਕਿ ਜਿਹਦਾ ਜ਼ਿਆਦਾ ਕੰਮ ਨਾ ਉਹ ਥੋੜੇ ਤੇਲ ਤੇ ਫਿਰ ਤੇਲ ਜਿਹੜਾ ਮੋਬਾਈਲ ਗਰਮ ਹੋ ਜਾਂਦਾ ਤੇ ਉਹ ਫਿਰ ਕਾਰਗਰਦਗੀ ਉਨੀ ਜ਼ਿਆਦਾ ਨਹੀਂ ਕਰਦਾ। ਸਹੀ। ਅੱਛਾ ਭਾਈ ਵਸੀਮ ਮੇਰੇ ਹਿਸਾਬ ਨਾਲ ਫੀਐਟ ਟਰੈਕਟਰ ਨੂੰ ਲਾਇਆ ਹੋਵੇ ਤੇ ਸਾਰੀ ਜ਼ਿੰਦਗੀ ਦਾ ਰੋਗ ਮੁੱਕ ਨਹੀਂ ਜਾਂਦਾ? ਹਾਂਜੀ ਮੁੱਕ ਜਾਂਦਾ। ਇਹਦਾ ਜਿਹੜਾ ਨਾ ਜਿਹੜੇ ਵਾਲ ਵਗੈਰਾ ਨੇ ਨਾ ਹੰਡਾਲਕ ਯੂਨਿਟ ਦੇ ਜਿਹੜੇ ਵਾਲ ਨੇ ਨਾ ਉਹ ਨਹੀਂ ਖਰਾਬ ਹੋਣਗੇ। ਤੁਹਾਡੇ 15-20 ਸਾਲ ਵੀ ਕੱਲ੍ਹ ਜਿਹੜੇ ਆ ਨਾ ਉਹ ਲਾਈਫ ਉਹਨਾਂ ਦੀ ਜਿਹੜੀ ਦੁਗਣੀ ਤਿਗਣੀ ਹੋ ਜਾਂਦੀ ਕਿਉਂਕਿ ਸਾਫ਼ ਹੀ ਮੋਬਾਈਲ ਰਹਿਣਾ ਵਾ। ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਕਚਰਾ ਨਹੀਂ, ਨਾ ਇਹਦੇ ਗੇਅਰ ਚੋਣਾ। ਇਹਦਾ ਜੁਆਇੰਟ ਕੀਤਾ ਹੁੰਦਾ ਵਾ ਹੰਡਾਲਕ ਟਾਪੇ ਦਾ। ਇੱਕ ਕਹਿ ਲਓ ਕਿ ਹੰਡਾਲਕ ਦਾ ਸਰਕੂਲੇਸ਼ਨ ਸਾਰੀ ਜਿਹੜੀ ਮੋਬਾਈਲ ਦੀ ਇੱਕ ਲਹਿਦਾ ਕਰ ਦਿੱਤੀ ਗਈ ਹੈ ਇਹਦੀ। ਸਹੀ। ਹਾਂਜੀ ਜਾਨ ਕਿ ਜਿਹੜੇ ਦੋਸਤਾਂ ਦੇ ਫੀਟਾਂ ਨੂੰ ਮਸਲਾ ਹੁੰਦਾ ਹੰਡਾਲਕ ਦਾ ਤੇ ਉਹ ਢੋਲਕੀ ਲਾ ਲੈਣ ਤੇ ਸਾਰੀ ਜ਼ਿੰਦਗੀ ਦਾ। ਹਾਂਜੀ ਸਾਰੀ ਜ਼ਿੰਦਗੀ ਦਾ ਸੌਖਾ। ਇਹ ਤੇ ਖਰਚਾ ਕਿੰਨਾ ਕੁ ਆ ਜਾਂਦਾ? ਇਹ ਤਕਰੀਬਨ ਇਹਦੇ ਤੇ 7-8 ਹਜ਼ਾਰ ਰੁਪਇਆ ਖਰਚਾ ਹੁੰਦਾ ਵਾ। ਤੇ 7-8 ਹਜ਼ਾਰ ਲਾ ਕੇ ਤੇ ਸੌਖ ਹੋ ਜਾਂਦਾ? ਹਾਂਜੀ ਸੌਖ ਹੋ ਜਾਂਦਾ। ਬਾਕੀ ਤੇਲ ਕਿੰਨੀ ਕੁ ਦੇਰ ਬਾਅਦ ਬਦਲਣਾ ਪੈਂਦਾ? ਇਹਦਾ ਮੋਬਾਈਲ ਨਹੀਂ ਚੇਂਜ ਏਡਾ ਕਰਨਾ ਪੈਂਦਾ ਕਿਉਂਕਿ ਸਾਫ਼ ਹੀ ਰਹਿਣਾ ਵਾ ਇਹ। ਬਾਕੀ ਆਪਣੀ ਮਰਜ਼ੀ ਦੇ ਨਾਲ ਹੀ ਅਗਰ ਚੇਂਜ ਕਰ ਲਓ ਤੇ ਬੜੀ ਅੱਛੀ ਗੱਲ ਆ। ਨਹੀਂ ਤੇ ਇਹਦਾ ਜਿਹੜਾ ਨਾ ਤੇਲ ਮੋਬਾਈਲ ਜਿਹੜਾ ਨਾ ਗੰਦਾ ਹੁੰਦਾ ਨਾ ਸਰਕੂਲੇਸ਼ਨ ਹੀ ਇੱਕ ਪੰਪ ਨੇ ਕਰਾਈ ਜਾਣੀ ਆ ਬਾਰ-ਬਾਰ। ਉਹ ਤੇਲ ਸਾਫ਼ ਹੀ ਹੋਣਾ ਤੇ ਸਾਫ਼ ਹੀ ਪੰਪ ਨੇ ਹੰਡਾਲਕ ਨੂੰ ਦੇਈ ਜਾਣਾ। ਸਹੀ। ਹੋਰ ਭਾਈ ਵਸੀਮ ਇਸ ਟਰੈਕਟਰ ਦੇ ਨਾਲ ਕੀ ਆਰਟੀਸ਼ਨਾਂ ਕੀਤੀਆਂ? ਇਹਦੇ ਜਿਹੜੇ ਆ ਨਾ ਫਰੰਟ ਵੀਲ ਜਿਹੜੇ ਆ ਨਾ ਇਹ ਪਹਿਲੇ ਬਲੇਡ ਤੇ ਟਰੈਕਟਰ ਚੱਲਦਾ ਸੀਗਾ ਤੇ ਹੁਣ ਤੇ ਵਾਈ ਤੇ ਹੀ ਆ। ਇਹਨਾਂ ਦੇ ਜਿਹੜੇ ਆ ਨਾ ਸਪਿੰਡਲ ਦਾ ਇਸ਼ੂ ਸੀਗਾ ਕੰਪਨੀ ਵੱਲੋਂ ਜਿਹੜਾ ਮਸਲੇ ਤੇ ਕੋਈ ਜੱਦੀ ਪੁਸ਼ਤੀ ਮਸਲਾ ਇਹਨੂੰ ਆਉਂਦਾ। ਹਾਂ ਜੱਦੀ ਪੁਸ਼ਤੀ ਕਦੀਮੀ ਮਸਲਾ ਜਿਹੜਾ ਚੱਲਦਾ ਆਉਂਦਿਆ ਵਾ ਸਪਿੰਡਲਾਂ ਦਾ। ਤੇ ਇਹ ਜਿਹੜੀਆਂ ਹੱਬਾਂ ਨੇ ਨਾ 75 ਵਾਲੀਆਂ ਇਹਦੀਆਂ ਹੱਬਾਂ ਨੇ ਤੇ ਥੜੀਆਂ ਜਿਹੜੀਆਂ ਸਪਿੰਡਲ ਦੀਆਂ ਕਿੱਲੀਆਂ ਨੇ ਨਾ ਬੈਰਿੰਗ ਵਾਲੀ ਕਿੱਲੀ ਜਿਹਨੂੰ ਕਹਿ ਲਓ ਉਹ ਵੀ ਜਿਹੜੀ ਆ 75 ਵਾਲੀ ਆ। ਬਾਕੀ ਜਿਹੜਾ ਉਤਲਾ ਡੰਡਾ ਵਾ ਜਿਹੜਾ ਬਾਰ ਦੇ ਵਿੱਚ ਫਿੱਟ ਹੁੰਦਾ ਉਤਲਾ ਡੰਡਾ ਤੇ ਉਤਲੀ ਮੁੱਕੀ ਜਿਹੜੀ ਆ ਉਹ ਫੀਐਟ ਵਾਲੀ ਆ। ਸਹੀ। ਇਹ ਕਰਨ ਤੇ ਕਿੰਨਾ ਖਰਚਾ ਆ ਜਾਂਦਾ ਵਾ? ਇਹ ਤਕਰੀਬਨ ਇਹਦੇ ਉੱਤੇ ਜਿਹੜਾ ਨਾ 15 ਤੋਂ 20 ਹਜ਼ਾਰ ਰੁਪਇਆ ਖਰਚਾ ਆ ਜਾਂਦਾ ਇਹਦੇ। ਤੇ ਇਹ ਟੁੱਟਦਾ ਨਹੀਂ ਮੁੜ ਕੇ ਸਪਿੰਡਲ? ਨਹੀਂ ਇਹਦੀ ਕਿੱਲੀ ਨਹੀਂ ਟੁੱਟਦੀ ਉਸ ਤੋਂ ਬਾਅਦ ਜਿਹੜੀ ਸਪਿੰਡਲ ਵਾਲਾ ਰੋਗ ਮੁੱਕ ਗਿਆ। ਹਾਂਜੀ ਸਪਿੰਡਲ ਵਾਲਾ ਰੋਗ ਇਹਦਾ ਮੁੱਕ ਜਾਂਦਾ। ਤੇ ਖਰਚਾ ਕਿੰਨਾ ਕੁ ਆ ਜਾਂਦਾ ਅੰਦਾਜ਼ਨ? ਇਹ ਅੰਦਾਜ਼ਨ ਤਕਰੀਬਨ ਇਹਦੇ 10,000 ਰੁਪਏ ਦੇ ਸਪਿੰਡਲ ਆ ਜੇ ਆਪ ਤੁਸੀਂ ਬਣਵਾਓ ਤਿਆਰ ਕਰਵਾਓ ਵਲੈਤੀ ਐਕਸਲ ਵਗੈਰਾ ਚੋਂ। ਯਾਨੀ ਕਿ 10-15 ਹਜ਼ਾਰ ਚ ਅਗਲੇ ਹਿੱਸੇ ਦਾ ਰੋਗ ਮੁੱਕ ਜਾਂਦਾ। ਹਾਂਜੀ ਬਾਕੀ ਇਹਦੇ ਹੱਬਾਂ ਬੈਰਿੰਗ ਤੇ ਕਿੱਲੀਆਂ ਵਗੈਰਾ ਦਾ ਸਾਰਾ ਖਰਚਾ ਤਕਰੀਬਨ ਜਿਹੜਾ ਨਾ 20,000 ਦੇ ਰਾਉਂਡ ਬਾਉਂਡ ਤਕਰੀਬਨ ਜਿਹੜਾ ਖਰਚਾ ਆ ਜਾਂਦਾ ਵਾ। ਸਹੀ। ਬਾਕੀ ਸਾਰਾ ਸਮਾਨ ਉਹ ਹੀ ਰਹਿੰਦਾ ਵਾ? ਹਾਂਜੀ ਬਾਕੀ ਜਿਹੜਾ ਵਾ ਰਿਮ ਵੀ ਉਹੀ ਫਿੱਟ ਹੋ ਜਾਂਦੇ ਤੇ ਸਿਰਫ ਇਹਦੀ ਹੱਬ ਚੇਂਜ ਹੁੰਦੀ ਆ। ਇਹਨੂੰ ਕਿੱਲੀਆਂ ਲੱਗਦੀਆਂ ਨੇ ਵੱਡੀਆਂ ਕਿੱਲੀਆਂ ਜਿਹੜੀਆਂ 75 ਵਾਲੀਆਂ ਲੱਗਦੀਆਂ ਨੇ ਤੇ ਬਾਕੀ ਜਿਹੜਾ ਬੈਰਿੰਗ ਵਾਲੀ ਕਿੱਲੀ ਹੁੰਦੀ ਆ ਉਹ ਜਿਹੜੀ ਆ ਉਹ 75 ਵਾਲੀ ਲੱਗ ਜਾਂਦੀ ਆ ਤੇ ਉੱਤੋਂ ਜਿਹੜਾ ਡੰਡਾ ਵਗੈਰਾ ਵਾ ਉਹ ਸਾਰਾ ਫੀਐਟ ਵਾਲਾ ਹੀ ਹੁੰਦਾ ਵਾ। ਸਹੀ। ਤੇ ਆ ਭਾਈ ਵਸੀਮ ਇਹਨੂੰ ਸਲੈਂਸਰ ਬੜਾ ਵੱਡਾ ਲਾਇਆ ਰੂਸੀ ਦਾ ਵਾ। ਇਹ ਨਾ ਸਲੈਂਸਰ ਬੜੇ ਸ਼ੌਕੀਨ ਬੰਦੇ ਸੀਗੇ ਤੇ ਸਲੈਂਸਰ ਇਹਨਾਂ ਲਾਇਆ ਵਾ ਤੇ ਇਹਦੇ ਨਾਲ ਸਾਊਂਡ ਬੜਾ ਜ਼ਬਰਦਸਤ ਨਿਕਲਦਾ। ਰੂਸੀ ਵਰਗੀ ਆਵਾਜ਼ ਕੱਢਦਾ। ਰੂਸੀ ਵਰਗੀ ਆਵਾਜ਼ ਕੱਢਦਾ ਜਿਸ ਤਰ੍ਹਾਂ ਤੁਸੀਂ ਐਕਸੀਲੇਟਰ ਤੇ ਪੈਰ ਦੇਣਾ ਨਾ
ਤੇ ਇਹਦੇ ਸਾਊਂਡ ਬਹੁਤ ਅੱਛਾ ਕੱਢਦਾ ਵਾ, ਜਿਹਦੀ ਵਜ੍ਹਾ ਤੋਂ ਨਾ ਇਹ ਉਹਨਾਂ ਸਲੈਂਸਰ ਲਾਇਆ ਤੇ ਇੱਧਰ ਇੱਕ ਬੁੱਢਾ ਸ਼ੇਰ ਆ, ਇਹਨੂੰ ਕਿਸੇ ਨੇ ਰੂਸੀ ਦਾ ਹੀ ਲਾਇਆ ਸਲੈਂਸਰ। ਇਹ ਵੀ ਏਡਾ ਪੁਰਾਣਾ ਮਾਡਲ ਨਹੀਂ ਜੇ, ਇਹ ਤਕਰੀਬਨ ਮੇਰਾ ਹਾਲ 7-8 ਮਾਡਲ ਹਾਂ 7-8 ਮਾਡਲ ਦੇ ਲਾਗੇ ਛਾਗੇ 85 ਹਾਰਸ ਪਾਵਰ ਟਰੈਕਟਰ ਵੱਡਾ ਗਾਜ਼ੀ ਆ ਤੇ ਇਹਨੂੰ ਵੀ ਇਹਨਾਂ ਰੂਸੀ ਦਾ ਸਲੈਂਸਰ ਲਾਇਆ 104 ਬੋਰ ਵਿੱਚ। ਹਾਂਜੀ 104 ਬੋਰ ਚਾਹੀਦਾ ਇਹਨਾਂ ਨੇ। ਸਹੀ, ਇਹਨੂੰ ਕੀ ਗੱਲ ਵਾ? ਇਹਦਾ ਨਾ ਛੋਟਾ ਮੋਟਾ ਹੀ ਕੰਮ ਆ ਤੇ ਹੁਣ ਅੱਜ ਕੱਲ ਜਿਹੜਾ ਜ਼ਿਮੀਂਦਾਰ ਜਿਹੜੇ ਆ ਫਾਰਗ ਹੁੰਦੇ ਨੇ ਤੇ ਉਹ ਛੱਡ ਗਏ ਨੇ ਛੋਟੀ ਮੋਟੀ ਦੀ ਮੇਨਟੇਨੈਂਸ ਆ ਜਿਹੜੀ ਅਸੀਂ ਕਰਨੀ ਹੈ। ਸਹੀ। ਅੱਛਾ ਭਾਈ ਵਸੀਮ, ਉਹ ਤੋਂ ਮਗਰ 2 ਹੋਰ ਫੱਟੇ ਤੇ ਪਾਏ ਨੇ, ਉਹਨਾਂ ਨੂੰ ਕੀ ਗੱਲ ਆ? ਉਹਦਾ ਇੱਕ ਤੇ ਗਾਜ਼ੀ ਆ 65 HP ਦਾ ਟਰੈਕਟਰ ਆ, ਇਹਦਾ ਇੰਜਨ ਖੋਲਿਆ ਜੇ ਤੇ ਇੰਜਨ ਨੂੰ ਕੀ ਗੱਲ ਬਣੀ ਸੀ? ਇੰਜਨ ਦਾ ਇਹਦਾ ਜਿਹੜਾ ਨਾ ਮਸਲਾ ਜਿਹੜਾ ਨਾ ਕਮਜ਼ੋਰ ਬਹੁਤ ਚੱਲਿਆ ਸੀਗਾ, ਕਸਟਮਰ ਤੇ ਜਿਹੜਾ ਆਇਆ ਸੀ ਉਹ ਸਿਰਫ ਖਾਲੀ ਇਹਦੇ ਰਿੰਗ ਵਗੈਰਾ ਹੀ ਪਾਉਣ ਆਇਆ ਸੀਗਾ ਤੇ ਬਾਕੀ ਇਹਦੀ ਅੰਦਰੋਂ ਕੰਡੀਸ਼ਨ ਜਿਹੜੀ ਹੈ ਨਾ ਬਹੁਤ ਨਾਜ਼ੁਕ ਨਿਕਲੀ ਆ। ਬੰਦਾ ਕਹਿੰਦਾ ਇਹ ਜੀ ਤੇਲ ਜਿਹੜਾ ਮੋਬਿਲਾਇਲ ਹੈ ਨਾ ਉਹਨੂੰ ਹੀ ਕਹਿੰਦਾ ਵੀ 2 ਸਾਲ ਹੋ ਗਏ ਨੇ ਚੇਂਜ ਕੀਤੇ ਇਹਨੂੰ ਹੀ। ਤੋਬਾ। ਹਾਂਜੀ ਤੇ ਬਾਕੀ ਕਹ ਲਓ ਕਿ ਕਾਰਬਨ ਹੀ ਇਹਦੇ ਵਿੱਚ ਜਿਹੜੀ ਹੈ ਨਾ ਬੇਭਾਅ ਬਣ ਗਈ ਸੀਗੀ ਤੇ ਹੁਣ ਅਸੀਂ ਇਹਦਾ ਸਾਰਾ ਇੰਜਨ ਓਵਰਹਾਲਿੰਗ ਹੀ ਕਰ ਰਹੇ ਹਾਂ। ਸਹੀ। ਅੱਛਾ ਭਾਈ ਵਸੀਮ, ਇਹ ਗਾਜ਼ੀ ਦਾ ਇੰਜਨ ਕਰਾਉਣ ਤੇ ਕਿੰਨਾ ਖਰਚਾ ਆ ਜਾਂਦਾ ਵਾ? ਇਹ ਤਕਰੀਬਨ ਜਿਹੜਾ ਹੈ ਨਾ ਇਹਦਾ ਜੇ ਤਾਂ ਪਿਓਰ ਵਿਲਾਇਤੀ ਸਮਾਨ ਤੁਸੀਂ ਪਾਓ ਤੇ ਉਹਦਾ ਤਕਰੀਬਨ ਜਿਹੜਾ 1.25 ਲੱਖ ਤੋਂ ਵੀ ਖਰਚਾ ਜ਼ਿਆਦਾ ਹੋ ਜਾਂਦਾ। ਜੇ ਅਗਰ ਤੁਸੀਂ ਸਮਾਨ ਚੰਗਾ ਕਿਹੜੀ ਕੰਪਨੀ ਦਾ ਅੱਜ ਕੱਲ ਜ਼ਿਆਦਾ ਚੱਲ ਰਿਹਾ ਜਿਹੜਾ ਜਿਹਨੂੰ ਵਿਲਾਇਤੀ ਗਿਣਦੇ ਜੇ? ਵਿਲਾਇਤੀ ਜਿਹੜਾ ਹੈ ਨਾ ਅੱਜ ਕੱਲ ਗੋਰਜ਼ ਦਾ ਸਮਾਨ ਹੁੰਦਾ ਵਾ, ਜਰਮਨੀ ਦਾ। ਗੋਰਜ਼ ਦਾ? ਹਾਂਜੀ ਗੋਰਜ਼ ਦਾ। ਜ਼ਫਰ ਦੇ ਰਿੰਗ ਜਿਹਨਾਂ? ਹਾਂਜੀ ਜ਼ਫਰ ਦੇ ਰਿੰਗ, ਗੋਰਜ਼ ਦੇ ਪਿਸਟਨ ਵਗੈਰਾ ਹੁੰਦੇ ਨੇ। ਬਾਕੀ ਜਿਹੜੇ ਪੀਸ ਵਗੈਰਾ ਪਹਿਲੇ ਜਿਹੜੇ ਹੁੰਦੇ ਸੀਗੇ ਜੈਨਮਨ ਜਿਹੜੇ ਹੁੰਦੇ ਆ ਨਾ, ਹੀਮਾ ਕੰਪਨੀ ਦੀ ਕਰੰਕ ਜਿਹਨੂੰ ਫਿੱਟ ਹੋ ਕੇ ਆਉਂਦੀ ਨਾ ਕੰਪਨੀ ਦੀ ਤਰਫੋਂ, ਉਹਨੂੰ ਵਿਲਾਇਤੀ ਪੀਸ ਵੰਡਰਵੈਲ ਦੇ ਪੀਸ ਹੁੰਦੇ ਨੇ। ਸਹੀ। ਆ ਦੇਖੋ ਨਾ ਹੁਣ ਤਕਰੀਬਨ ਆ ਟਰੈਕਟਰ ਜਿਹੜਾ ਹੋਣਾ ਤਕਰੀਬਨ ਜਿਹੜੇ ਵਿੱਚੋਂ ਮਟੀਰੀਅਲ ਇਹਦਾ ਨਿਕਲਿਆ ਨਾ, ਮਟੀਰੀਅਲ ਦੀ ਆਪਾਂ ਗੱਲ ਕਰਨੀ ਆ, ਮਾਡਲ ਨੂੰ ਛੱਡੋ ਤੁਸੀਂ। ਜਿਹੜੇ ਇਹਦੇ ਪੀਸ ਵਗੈਰਾ ਨਿਕਲੇ ਨਾ, ਵਿਲਾਇਤੀ ਪੀਸ ਦੀ ਇਹ ਖਾਸੀਅਤ ਆ ਕਿ ਉਹ ਆਪਣੀ ਤੜ ਨਹੀਂ ਛੱਡਦਾ। ਜਿਹੜਾ ਆਮ ਅਸੀਂ ਹੁਣ ਇਸਤੇਮਾਲ ਕਰਦੇ ਆ ਜਾਂ ਲੋਕਲ ਜਿੰਨੇ ਵੀ ਪੀਸ ਹੁੰਦੇ ਨੇ ਨਾ, ਉਹ ਮਸਲ ਕੁਛ ਅਰਸੇ ਤੋਂ ਬਾਅਦ ਹੀ ਜਿਹੜੀ ਆ ਨਾ ਉਹਦੀ ਤੜ ਖਤਮ ਹੋ ਜਾਂਦੀ ਆ। ਤੇ ਇਹ ਵਿਲਾਇਤੀ ਪੀਸ ਆ, ਹਜੇ ਤੱਕ ਇਹਨਾਂ ਦੀ ਤੜ ਵੀ ਬਿਲਕੁਲ ਠੀਕ ਆ ਤੇ ਪੀਸ ਵੀ ਹਜੇ ਜਿਹੜੇ ਆ ਚੱਲਣ ਦੇ ਕਾਬਲ ਆ। ਸਹੀ। ਉਸ ਤੋਂ ਮਗਰ ਆ 640 ਖੜਾ, ਇਹਨੂੰ ਕੀ ਗੱਲ ਸੀ? ਇਹਦਾ ਵੀ ਜਿਹੜਾ ਨਾ ਛੋਟਾ ਮੋਟਾ ਕੰਮ ਸੀ। ਬਾਕੀ ਇਹਦੇ ਰਿੰਗ ਪਾਉਣੇ ਸੀਗੇ ਤੇ ਬਾਕੀ ਰਿੰਗ ਜਿਹੜੇ ਆ ਨਾ ਅਸੀਂ ਇੰਜਨ ਖੋਲ ਕੇ ਮੁਕੰਮਲ ਇਹਦਾ ਸਮਝ ਲਓ ਕਿ ਇੱਕ ਨਵੇਂ ਸਿਰੇ ਜਿਹੜਾ ਸਮਾਨ ਜਿਹੜਾ ਕੰਮ ਦਾ ਸੀਗਾ ਉਹ ਵਿੱਚ ਰਹਿਣ ਦਿੱਤਾ ਵਾ ਤੇ ਬਾਕੀ ਜਿਹੜਾ ਨਾਕਸ ਸੀਗਾ ਕਹ ਲਓ ਕਿ ਨਹੀਂ ਚੱਲਣ ਦੇ ਕਾਬਲ ਸੀ, ਉਹ ਅਸੀਂ ਜਿਹੜਾ ਨਾ ਉਹ ਤਬਦੀਲ ਕਰਤਾ। ਬਾਕੀ ਦੋਸਤਾਂ ਨੂੰ ਇਹ ਮਸ਼ਵਰਾ ਕਿ ਅਗਰ ਤੁਸੀਂ ਰਿੰਗ ਸਲੀਪ ਦਾ ਖਰਚਾ ਉੱਤੇ ਕਰਨਾ ਨਾ ਤੇ ਉਹਦਾ ਬਿਹਤਰੀਨ ਹੱਲ ਆ ਕਿ ਉਹਨੂੰ ਜਿਹੜਾ ਨਾ ਇੰਜਨ ਨੂੰ ਥੱਲੇ ਲਵਾ ਕੇ ਓਵਰਹਾਲਿੰਗ ਉਹਨੂੰ ਦੁਬਾਰਾ ਜਿਹੜਾ ਨਾ ਸਫਾਈ ਕਰਾ ਕੇ ਤੇ ਫੇਰ ਫਿੱਟ ਕਰਾਓ, ਉਹਦੇ ਵਿੱਚ ਜ਼ਿਮੀਂਦਾਰ ਦਾ ਹੀ ਫਾਇਦਾ ਵਾ। ਸਹੀ। ਇਹ 640 ਦਾ ਇੰਜਨ ਆ? ਹਾਂਜੀ ਇਹ 640 ਦਾ ਇੰਜਨ ਆ 100 ਬੋਰ। ਇਹਦੇ ਤੇ ਕਿੰਨੀ ਲਾਗਤ ਆ ਗਈ ਹੈ ਜੀ? ਇਹਦੇ ਤੇ ਇੰਨੀ ਜ਼ਿਆਦਾ ਲਾਗਤ ਨਹੀਂ ਆਈ ਕਿਉਂਕਿ ਅਸੀਂ ਪਿਸਟਨ ਵੀ ਇਹਦੇ ਪੁਰਾਣੇ ਨੇ, ਸਲੀਪ ਨਵੇਂ ਲੱਗੇ ਨੇ ਤੇ ਬਾਕੀ ਜਿਹੜਾ ਨਾ ਰਿੰਗ ਇਹਦੇ ਨਵੇਂ ਪਏ ਨੇ। ਰਿੰਗ ਨਵੇਂ, ਸਲੀਪ ਨਵੇਂ? ਹਾਂਜੀ ਜੈਨ ਕਿਟ ਇਹਦੀ ਨਵੀਂ ਤੇ ਸੀਲਾਂ ਵਗੈਰਾ ਨਵੀਆਂ ਨੇ। ਹੈਡ ਵੀ ਕਰਾਇਆ ਵਾ? ਹਾਂਜੀ ਹੈਡ ਵੀ ਵਾਲ ਛਾਲ ਇਹਦੇ ਨਵੇਂ ਨੇ। ਇੱਥੇ ਕਿੰਨੀ ਕੁ ਲਾਗਤ ਆ ਗਈ ਇੰਨੇ ਕੰਮ ਤੇ? ਇਹ ਤਕਰੀਬਨ ਇਹਨਾਂ ਦਾ ਜਿਹੜਾ ਨਾ 60-70 ਹਜ਼ਾਰ ਰੁਪਏ ਦਾ ਰਾਉਂਡ ਬਾਉਂਡ ਖਰਚਾ ਆ ਜਾਏਗਾ। ਸਹੀ। 60-70 ਹਜ਼ਾਰ। ਤੇ ਮਜ਼ਦੂਰੀ ਕਿੰਨੀ ਚੱਲ ਰਹੀ 640 ਇੰਜਨ? ਇਹ 20,000 ਰੁਪਏ ਮਜ਼ਦੂਰੀ ਇਹਦੀ ਲਈ ਦੀ। ਤੇ ਛੋਟੇ ਟਰੈਕਟਰ ਦੇ ਇੰਜਨ? ਛੋਟੇ ਦੀ 15,000 ਰੁਪਏ ਜੀ। ਸਹੀ। ਮਜ਼ਦੂਰੀ ਤੇ ਫਿਕਸ ਹੀ ਆ, ਸਮਾਨ ਤਾਂ ਆਪਣੀ ਮਰਜ਼ੀ? ਹਾਂਜੀ ਸਮਾਨ ਜਿਹੜਾ ਮਰਜ਼ੀ ਤੁਸੀਂ ਪਵਾ ਲਓ, ਆਪਣੀ ਕਸਟਮਰ ਦੀ ਡਿਮਾਂਡ ਤੇ ਜਿਹੜਾ ਉਹਨੇ ਕਹਿਣਾ ਉਹ ਇਸਤੇਮਾਲ ਹੋ ਜਾਣਾ। ਸਹੀ। ਹਾਂਜੀ। ਤੇ ਇੱਧਰ ਇੱਕ ਬੁੱਢਾ ਸ਼ੇਰ ਖੜਾ ਸਾਡਾ ਕਿੰਨਿਆਂ ਦਿਨਾਂ ਦਾ, ਇਹਦਾ ਹੁਣ ਕੰਮ ਕਿੱਥੋਂ ਤਾਈਂ ਪਹੁੰਚਿਆ? ਇਹਦਾ ਕੰਮ ਇਹ 165 ਟਰੈਕਟਰ ਆ ਤੇ ਬੜੀ ਅੱਛੀ ਕੰਡੀਸ਼ਨ ਦਾ ਟਰੈਕਟਰ ਆ। ਇਹਨੂੰ ਖੋਲਿਆ ਵਾ। ਇਹਦਾ ਰੰਧਾਵਾ ਸਾਹਿਬ ਸਭ ਤੋਂ ਪਹਿਲੇ ਤਾਂ ਮਸਲਾ ਸੀਗਾ ਕਿ ਇਹਦੇ ਜਿਹੜਾ ਨਾ ਫਰੰਟ ਹਿੱਸਾ ਖੋਲਿਆ ਸੀਗਾ, ਇਹਦਾ ਸਟੀਅਰਿੰਗ ਖੋਲਿਆ ਸੀਗਾ। ਸਟੀਅਰਿੰਗ ਦੇ ਜਿਹੜੇ ਨਾ ਬੈਰਿੰਗ ਨਹੀਂ ਸੀ ਮਿਲਦੇ ਪਏ ਇਹਦੇ ਤੇ ਕਾਫੀ ਕੋਸ਼ਿਸ਼ ਤੋਂ ਬਾਅਦ ਅਸੀਂ ਲਾਹੌਰੋਂ ਵੀ ਪਤਾ ਕਰਾਇਆ, ਫੈਸਲਾਬਾਦੋਂ ਵੀ ਪਤਾ ਕਰਾ ਕੇ ਤੇ ਬੈਰਿੰਗ ਸਾਨੂੰ ਜਿਹੜੇ ਆ ਨਾ ਉਹ ਅੱਲਾ ਦਾ ਸ਼ੁਕਰ ਆ ਕਿ ਮਿਲ ਗਏ ਆ, ਜੈਨੂਅਨ ਮਿਲੇ। ਹਾਂਜੀ ਜੈਨੂਅਨ ਜਿਹੜੇ ਕੰਪਨੀ ਦੇ ਫਿਟਿੰਗ ਹੁੰਦੇ ਨਾ, ਤੁਰਕੀ ਦੇ ਬੈਰਿੰਗ ਲਿਆਂਦੇ ਜੇ ਰੰਧਾਵਾ ਸਾਹਿਬ ਇਹਦੇ ਤੇ ਆਏ ਵੀ ਜਿਹੜੇ 4,000 ਰੁਪਏ ਦੇ 2 ਬੈਰਿੰਗ ਆਏ। 2 ਬੈਰਿੰਗ ਹੀ ਆਏ। ਹਾਂਜੀ। ਸਹੀ। ਤੇ ਬਾਕੀ ਇਹਦਾ ਅਗਲਾ ਹਿੱਸੇ ਦਾ ਕਿੰਨਾ ਰਹਿ ਗਿਆ ਕੰਮ? ਅਗਲਾ ਹਿੱਸੇ ਦਾ ਕੰਮ ਕੰਪਲੀਟ ਹੋ ਗਿਆ ਵਾ, ਫਿਟਿੰਗ ਹੋਣ ਵਾਲੀ ਰਹਿੰਦੀ ਹੈ ਇਹਦੀ। ਤੇ ਬਾਕੀ ਅਗਰ ਇਹਦੇ ਸਪਿੰਡਲਾਂ ਦੇ ਜਿਹੜੇ ਬੁਸ਼ ਸੀ ਨਾ ਉਹ 12 ਦੇ ਵਿੱਚ ਜਿਹੜੇ ਸੀ ਨਾ ਉਹ ਲੂਜ਼ ਹੋ ਗਏ ਸੀਗੇ ਤੇ ਅਸੀਂ ਇਹਦੇ ਜਿਹੜੇ ਬੁਸ਼ ਨੇ ਨਾ ਇਹ ਦੁਬਾਰਾ ਢਲਾਈ ਕਰਵਾਏ ਨੇ। ਸਹੀ। ਗਨ ਮੈਟਲ ਮਟੀਰੀਅਲ ਦੇ ਢਲਾਈ ਕਰਵਾ ਕੇ ਤੇ ਫਿਰ ਅਸੀਂ ਉਹਨੂੰ ਰਫ ਤਿਆਰ ਕਰਵਾਏ ਨੇ। ਤਿਆਰ ਕਰਵਾ ਕੇ ਤੇ ਬੋਰ ਬਾਹਰੋਂ ਅੰਦਰੋਂ ਬੋਰ ਕਰਕੇ ਤੇ ਹੁਣ ਟੈਟ ਜਿਹੜੀ ਹੈ ਠਕਾਈ ਦੇ ਨਾਲ ਉਹ ਫਿੱਟ ਕੀਤੇ ਨੇ। ਸਹੀ। ਅੱਛਾ ਭਾਈ ਵਸੀਮ, ਐਂਡ ਤੇ ਆਪਣਾ ਐਡਰੈਸ ਤੇ ਰਾਬਤਾ ਨੰਬਰ ਦੇ ਦਿਓ, ਅਗਰ ਕਿਸੇ ਨੇ ਫੀਅਰ ਟਰੈਕਟਰਾਂ ਦੇ ਬਾਰੇ ਮਾਲੂਮਾਤ ਲੈਣੀ ਹੋਵੇ ਤੁਹਾਡੇ ਕੋਲ ਤੇ ਕੋਈ ਕੰਮ ਸ਼ਾਮ ਦੇ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਤੁਹਾਡੇ ਨਾਲ ਰਾਬਤਾ ਕਰ ਸਕਦਾ ਜੀ। ਮੇਰਾ ਨੰਬਰ ਆ 0344 1200 ਪੂਰਾ 892 0305 91 48 372। ਇਹ ਮਕਰਮ ਟਰੈਕਟਰ ਵਰਕਸ਼ਾਪ ਸ਼ਾਹਕੋਟ। ਤੇ ਬਾਕੀ ਅਸੀਂ ਵੀਡੀਓ ਵਗੈਰਾ ਬਣਦੀ ਆ
ਕਈ ਦੋਸਤ ਜਿਹੜੇ ਨੇ ਉਹ ਫੋਨ ਕਰਦੇ ਨੇ ਕਿ ਟਰੈਕਟਰ ਜਿਹੜਾ ਸੀਲ ਆ, ਅਸੀਂ ਸੇਲ ਵਗੈਰਾ ਦਾ ਕੰਮ ਨਹੀਂ ਕਰਦੇ, ਸਾਡਾ ਮਕੈਨਿਕੀ ਲੈਣ ਦਾ ਕੰਮ ਆ, ਵਰਕਸ਼ਾਪ ਦਾ ਹੀ ਕੰਮ ਕਰਦੇ ਆ। ਤੇ ਬਰਾਏ ਮਿਹਰਬਾਨੀ ਜਿਹੜਾ ਨਾ ਫੋਨ ਤੇ ਜਿਹੜਾ ਕਿ ਮਸਲਨ ਫਾਰ ਸੇਲ ਵਾਲਾ ਪ੍ਰੋਗਰਾਮ ਫਾਰ ਸੇਲ ਵਾਲਾ ਪ੍ਰੋਗਰਾਮ ਆ, ਉਹ ਨਾ ਤੁਹਾਡੀ ਮਿਹਰਬਾਨੀ ਕਰਿਆ ਕਰੋ। ਠੀਕ ਹੈ ਜੀ। ਲਓ ਜੀ ਦੋਸਤੋ, ਇੱਥੇ ਫਾਰ ਸੇਲ ਦਾ ਪ੍ਰੋਗਰਾਮ ਨਹੀਂ ਤੇ ਵਰਕਸ਼ਾਪ ਆ ਫੀਅਰ ਟਰੈਕਟਰਾਂ ਦੀ, ਖਾਸ ਕਰ ਫੀਅਰ ਟਰੈਕਟਰਾਂ ਦੀ ਬੜੀ ਪੁਰਾਣੀ ਵਰਕਸ਼ਾਪ ਆ। ਤੇ ਜਿਹੜੇ ਕੋਈ ਦੋਸਤ ਭਰਾ ਨੇ ਮਾਲੂਮਾਤ ਲੈਣੀ ਹੋਵੇ ਇਹਨਾਂ ਨਾਲ ਲੈ ਸਕਦਾ ਜੇ।